ਜਗਮੋਹਨ ਸਿੰਘ ਪੱਟੀ ਐਡਵੋਕੇਟ YouTube ਚੈਨਲ ਤੇ ਅੱਜ ਤੁਹਾਡੇ ਨਾਲ ਕਾਨੂੰਨੀ ਨੁਕਤਾ ਲੈ ਕੇ ਕਾਨੂੰਨੀ ਨੁਕਤਾ ਨਿਗਾਹ ਕੋਰਟ ਦੀਆਂ ਨਿਗਾਹ ਵਿੱਚ ਕੀ ਹੈ ਉਹਦੇ ਬਾਰੇ ਵਿਚਾਰ ਚਰਚਾ ਕਰਨ ਜਾ ਰਿਹਾ। ਔਰ ਉਹ ਚਰਚਾ ਇਹ ਹੈ ਕਿ ਅੱਜ ਜਿਹੜੀਆਂ ਸਾਡੀਆਂ ਕੋਰਟਾਂ ਨੇ, ਸਾਡੀਆਂ ਅਦਾਲਤਾਂ ਜਿਨ੍ਹਾਂ ਨੂੰ ਅਸੀਂ ਅਦਾਲਤਾਂ ਕਹਿੰਦੇ ਹਾਂ, ਸਾਡੀਆਂ ਅਦਾਲਤਾਂ ਦਾ ਸੰਚਾਲਨ ਕਰਨ ਵਾਲੇ ਲੋਕ ਅਤੇ ਸਾਡੀਆਂ ਅਦਾਲਤਾਂ ਵਿੱਚ ਸੁਸ਼ੋਭਿਤ ਮਾਣਯੋਗ ਜੱਜ ਸਾਹਿਬਾਨ ਨੂੰ ਪੜ੍ਹਾਉਣ ਵਾਲੀਆਂ ਜੁਡੀਸ਼ੀਅਲ ਅਕੈਡਮੀਆਂ ਵੱਖਰੀਆਂ ਵੱਖਰੀਆਂ ਸਟੇਟਾਂ ਦੀਆਂ ਉਹ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਕਰ ਰਹੀਆਂ। ਅੱਜ ਗੱਲ ਇਸ ਵਿਸ਼ੇ 'ਤੇ ਹੈ। ਦੇਖੋ, ਮਾਣਯੋਗ ਸੁਪਰੀਮ ਕੋਰਟ ਸੰਵਿਧਾਨ ਦੇ ਥੱਲੇ ਸਥਾਪਿਤ ਹੋਈ ਹੈ ਅਤੇ ਉਸ ਤੋਂ ਥੱਲੇ ਜਿੰਨਾ ਵੀ ਇਨਫਰਾਸਟਰਕਚਰ ਹੈ ਕੋਰਟਾਂ ਦਾ, ਉਹ ਮਾਣਯੋਗ ਸੁਪਰੀਮ ਕੋਰਟ ਨੇ ਸੰਵਿਧਾਨਕ ਵਿਧੀ ਦੇ ਮੁਤਾਬਕ ਐਸਟੈਬਲਿਸ਼ ਕਰਕੇ ਛੋਟੀ ਤੋਂ ਛੋਟੀ ਥਾਂ 'ਤੇ ਵੀ ਕੋਰਟ ਜਿਹੜੀ ਹੈ ਨਿਯੁਕਤ ਕੀਤੀ ਹੈ, ਜਿਹਨੂੰ ਮੁਨਸਿਫ ਵੀ ਕਹਿੰਦੇ ਹੋ, ਮੁਨਸਿਫ ਦੀ ਕੋਰਟ ਕਹਿੰਦੇ ਹੋ, ਜਿਹਨੂੰ CJM ਦੀ ਕੋਰਟ ਕਹਿੰਦੇ ਹੋ, ਜਿਹਨੂੰ ਸਿਵਲ ਜੱਜ ਜੂਨੀਅਰ ਡਿਵੀਜ਼ਨ ਦੀ ਕੋਰਟ ਕਹਿੰਦੇ ਹੋ, ਇਹ ਸਾਰਾ ਕੁਝ ਕਿਹਾ ਜਾਂਦਾ ਹੈ। ਅਤੇ ਉਸ ਤੋਂ ਉੱਤੇ ਮਾਣਯੋਗ ਹਾਈ ਕੋਰਟ ਆ ਜਾਂਦੀ ਹੈ। ਇਹ ਵੀ ਜਿਹੜੀ ਹੈ ਕੌਂਸਟੀਟਿਊਸ਼ਨ ਦੀ ਕ੍ਰੀਏਸ਼ਨ ਹੈ। ਮਾਣਯੋਗ ਸੁਪਰੀਮ ਕੋਰਟ ਦੇ ਆਰਡਰਾਂ ਦੀਆਂ ਇਹ ਜਿਹੜਾ ਹੇਠਲਾ ਨਿਜ਼ਾਮ ਹੈ ਜੱਜਾਂ ਦਾ, ਇਹ ਕਿਵੇਂ ਧੱਜੀਆਂ ਉਡਾਉਂਦਾ, ਇਹ ਗੱਲ ਪਹਿਲੇ ਮੈਂ ਤੁਹਾਨੂੰ ਦੱਸ ਦਿਆਂ। ਇੱਕ ਜੱਜਮੈਂਟ ਆਈ ਸੀਗੀ 4-5 ਸਾਲ ਪਹਿਲੇ ਏਸ਼ੀਅਨ ਰੀਸਰਫੇਸਿੰਗ ਦੀ, ਜਿਹਦੇ ਮੁਤਾਬਕ ਇਹ ਕਿਹਾ ਗਿਆ ਸੀ ਕਿ ਜਿਸ ਵੀ ਕੇਸ ਦੇ ਵਿੱਚ 6 ਮਹੀਨੇ ਤੋਂ ਉੱਤੇ ਕੋਈ ਵੀ ਸਟੇ ਹੋ ਗਿਆ, ਉਹ ਸਟੇ ਆਟੋਮੈਟਿਕਲੀ ਵਕੇਟ ਸਮਝਿਆ ਜਾਏਗਾ। ਜੇ ਕਿਸੇ ਵੀ ਧਿਰ ਨੇ ਜਿਹਨੇ ਸਟੇ ਲਿਆ ਹੈ ਉਹਨੇ ਇੱਕ ਐਪਰੋਪਰੀਏਟ ਐਪਲੀਕੇਸ਼ਨ, ਯੋਗ ਐਪਲੀਕੇਸ਼ਨ ਨਹੀਂ ਲਗਾਈ, ਤਾਂ ਉਹ ਸਟੇ ਜਿਹੜਾ ਖਤਮ ਸਮਝਿਆ ਜਾਏਗਾ। ਇਹ ਜੱਜਮੈਂਟ ਮਾਣਯੋਗ ਸੁਪਰੀਮ ਕੋਰਟ ਨੇ ਦਿੱਤੀ ਹੈ ਅਤੇ ਆਰਟੀਕਲ 141 ਕੌਂਸਟੀਟਿਊਸ਼ਨ ਆਫ ਇੰਡੀਆ ਦੇ ਮੁਤਾਬਕ ਇਸ ਦਾ ਜਿਹੜਾ ਸੰਚਾਲਨ ਹੈ ਇਸ ਤਰ੍ਹਾਂ ਹੁੰਦਾ ਹੈ ਕਿ ਸੁਪਰੀਮ ਕੋਰਟ ਦਾ ਕਿਹਾ ਹੋਇਆ ਇੱਕ ਅੱਖਰ ਜਿਹੜਾ ਉਹ ਦੇਸ਼ ਦਾ ਕਾਨੂੰਨ ਸਮਝਿਆ ਜਾਂਦਾ, ਲਾ ਆਫ ਲੈਂਡ ਜਿਹਨੂੰ ਕਹਿੰਦੇ ਆ, ਉਹ ਸਮਝਿਆ ਜਾਂਦਾ। ਜਦੋਂ ਅਸੀਂ ਵਕੀਲ ਲੋਕ ਆਪਣੇ ਕਲਾਇੰਟ ਦੀ ਜਿਹੜੀ ਇਹ ਪੈਰਵੀ ਕਰਦੇ ਹਾਂ ਕੇਸਾਂ ਦੀ, ਤਾਂ ਉਹਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਜੀ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਏਸ਼ੀਅਨ ਰੀਸਰਫੇਸਿੰਗ ਵਰਸਿਸ CBI ਦੇ ਕੇਸ ਵਿੱਚ ਇਹ ਕਿਹਾ ਸੀ ਕਿ ਜੇ ਸਿਵਲ ਜਾਂ ਕ੍ਰਿਮੀਨਲ ਕੇਸ ਦੇ ਵਿੱਚ 6 ਮਹੀਨੇ ਤੋਂ ਉੱਤੇ ਹੋ ਗਏ ਨੇ ਸਟੇ ਹੋਇਆ, ਰੋਕ ਲਾਈ ਹੈ ਕਿਸੇ ਆਰਡਰ ਨੂੰ, ਅਤੇ ਉਹ ਰੋਕ ਖਤਮ ਸਮਝੀ ਜਾਏਗੀ ਜੇ ਇੱਕ ਯੋਗ ਐਪਲੀਕੇਸ਼ਨ ਜਿਹੜੀ ਹੈ, ਅਰਜ਼ੀ ਜਿਹੜੀ ਹੈ ਅਦਾਲਤ ਦੇ ਸਾਹਮਣੇ ਕੋਈ ਧਿਰ ਨਹੀਂ ਪਾਉਂਦੀ। ਤਾਂ ਜਦੋਂ ਇਹ ਇੱਕ ਯੋਗ ਐਪਲੀਕੇਸ਼ਨ ਪਾਓ ਜਾਂ ਨਾ ਪਾਓ, ਜੇ ਇਹ ਸਟੇ ਜਾਂ ਰੋਕ ਜਿਹੜੀ ਮਾਣਯੋਗ ਸੁਪਰੀਮ ਕੋਰਟ ਨੇ ਲਗਾਈ ਹੈ ਖਤਮ ਸਮਝੀ ਜਾਏਗੀ, ਤਾਂ ਹੇਠਲੀਆਂ ਕੋਰਟਾਂ ਜਿਹੜੀਆਂ ਉਹਨਾਂ ਨੂੰ ਜਾਂ ਤਾਂ ਕੌਂਸਟੀਟਿਊਸ਼ਨ ਦੀ ਸਮਝ ਨਹੀਂ, ਜਾਂ ਉਹਨਾਂ ਨੂੰ ਮਾਣਯੋਗ ਸੁਪਰੀਮ ਕੋਰਟ ਦੇ ਆਰਡਰ ਜਿਹੜੇ ਨੇ ਸਾਡੀਆਂ ਜੁਡੀਸ਼ੀਅਲ ਅਕੈਡਮੀਆਂ ਦੇ ਵਿੱਚ ਜਦੋਂ ਉਹਨਾਂ ਨੂੰ ਲੱਖਾਂ ਰੁਪਏ ਖਰਚ ਕਰਕੇ ਲਗਜ਼ਰੀ ਲਾਈਫ ਦੇ ਕੇ, ਲਗਜ਼ਰੀ ਖਾਣਾ ਖਵਾ ਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਤਾਂ ਉਹ ਟ੍ਰੇਨਿੰਗ ਦੇਣ ਵਾਲੇ ਜਿਹੜੇ ਕਰਤਾ ਨੇ ਜਾਂ ਜਿਹੜੇ ਵੀ ਹੈੱਡ ਨੇ, ਇਹ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਕਿ ਇਸ ਦੀ ਨਿਗਰਾਨੀ ਕਿਵੇਂ ਕਰਨੀ ਹੈ। ਜਿਹੜੀਆਂ ਜੁਡੀਸ਼ੀਅਲ ਅਕੈਡਮੀਜ਼ ਨੇ ਉਹ ਇਹ ਗੱਲ ਜਿਹੜੀਆਂ ਬਿਲਕੁਲ ਸਮਝ ਤੋਂ ਪਰੇ ਰੱਖਦੀਆਂ, ਔਰ ਸੰਵਿਧਾਨ ਦੀ ਜਿਹੜੀ ਆਰਟੀਕਲ 227 ਹੈ ਜਿਹਦੇ ਮੁਤਾਬਕ ਸੁਪਰਿੰਟੈਂਡੈਂਸ ਪਾਵਰ ਐਂਡ ਕੰਟਰੋਲ ਓਵਰ ਦੀ ਸਬਆਰਡੀਨੇਟ ਜੁਡੀਸ਼ਰੀ ਟ੍ਰਿਬਿਊਨਲਸ ਐਸੈਟਰਾ ਹੈ, ਉਹਦੇ ਮੁਤਾਬਕ ਇਹ ਜਿਹੜੀ ਹੈ ਹਾਈ ਕੋਰਟ ਦੀ ਜਿਹੜੀ ਹੈ ਨਾਕਾਮੀ ਗਿਣੀ ਜਾਂਦੀ ਹੈ। ਔਰ ਹਾਈ ਕੋਰਟ ਨੇ ਕਦੀ ਵੀ ਆਪਣੀ ਸਿਉਮੋਟੋ ਪਾਵਰ ਆਪਣੇ ਤੌਰ 'ਤੇ ਕਦੀ ਇਸ ਦਾ ਵਿਮੋਚਨ ਕਰਨ ਦਾ ਯਤਨ ਨਹੀਂ ਕੀਤਾ, ਜਿਹੜਾ ਕਿ ਅੱਜ ਤੱਕ 39 ਸਾਲ ਦੇ ਅਰਸੇ ਵਿੱਚ ਮੇਰੀ ਵਕਾਲਤ ਦੇ ਦੌਰਾਨ ਮੇਰੀ ਨਿਗਾਹ ਵਿੱਚ ਕਦੀ ਨਹੀਂ ਆਇਆ। ਜੇ ਕੋਈ ਵੀ ਸੱਜਣ ਮੈਨੂੰ ਇਹਦੇ ਉੱਤੇ ਯੋਗ ਕਿਸੇ ਤਰ੍ਹਾਂ ਦਾ ਵੀ ਵਿਉਂਤ ਜਾਂ ਕੋਈ ਪੁਆਇੰਟ ਦੇਵੇ ਤਾਂ ਮੈਂ ਉਹਦਾ ਧੰਨਵਾਦੀ ਹੋਵਾਂਗਾ। ਔਰ ਇਹ ਦੇਖੋ ਤੁਸੀਂ, ਇਹ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਹੈ ਇਸ ਦੀਆਂ ਧੱਜੀਆਂ ਕਿਵੇਂ ਉੜਦੀਆਂ। ਔਰ ਉਸ ਧੱਜੀ ਦੇ ਉੱਤੇ ਜਦੋਂ ਮਾਣਯੋਗ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ, ਜਦੋਂ ਸੁਪਰੀਮ ਕੋਰਟ ਦਾ ਕੋਈ ਵੀ ਸਟੇ ਜਾਂ ਕੋਈ ਵੀ ਹੁਕਮ ਜਿਹੜਾ ਦੇਸ਼ ਦਾ ਕਾਨੂੰਨ ਬਣ ਚੁੱਕਿਆ ਉਹ ਨਹੀਂ ਮੰਨਿਆ ਗਿਆ, ਤਾਂ ਉਹਦੇ ਉੱਤੇ ਜਿਹੜਾ ਜੁਡੀਸ਼ੀਅਲ ਆਫਿਸਰ ਹੈ ਉਸ ਦੀ ਨੌਕਰੀ ਜਾ ਸਕਦੀ ਹੈ। ਅਤੇ ਸਾਡੀ ਮਾਣਯੋਗ ਹਾਈ ਕੋਰਟ ਨੇ
ਜਾਂ ਸਾਡੇ ਜਿਹੜੇ ਲਿਟੀਗੈਂਟ ਨੇ ਉਹ ਇਸ ਗੱਲ ਦਾ ਉਪਰਾਲਾ ਨਹੀਂ ਕਰਦੇ, ਇਸ ਦੇ ਬਾਵਜੂਦ ਵੀ ਕਿ ਕਾਨੂੰਨੀ ਸਲਾਹ ਜਿਹੜੀ ਹੈ ਵਕੀਲ ਦੇ ਦਿੰਦੇ ਨੇ, ਲੇਕਿਨ ਉਹਦੇ ਉੱਤੇ ਅਮਲ ਦਰਾਮਦ ਇਸ ਲਈ ਨਹੀਂ ਹੁੰਦਾ ਕਿ ਅਸੀਂ ਇਹ ਜਿਹਾ ਕੰਮ ਨਹੀਂ ਕਰਨਾ। ਪਤਾ ਨਹੀਂ ਜੇ ਅਸੀਂ ਇਹ ਅਰਜ਼ੀ ਪਾ ਦਿੱਤੀ ਜਾਂ ਇਹ ਧਿਆਨ ਗੋਚਰੇ ਮਾਨਯੋਗ ਹਾਈ ਕੋਰਟ ਦੇ ਲਿਆ ਦਿੱਤਾ ਤਾਂ ਸਾਡਾ ਕਿੱਡਾ ਕੁ ਵੱਡਾ ਨੁਕਸਾਨ ਹੋ ਜਾਏਗਾ। ਇਹਦੇ ਵਿੱਚ ਸਾਡੀ ਜਿਹੜੀ ਹੈ ਜ਼ਿੰਮੇਵਾਰੀ, ਅਸੀਂ ਭਾਰਤ ਦੇ ਲੋਕ, ਉਹਨਾਂ ਦੀ ਤੈਅ ਹੁੰਦੀ ਹੈ। ਉਹ ਕਿਵੇਂ ਤੈਅ ਹੁੰਦੀ ਹੈ? ਇੱਕ ਗੱਲ ਸਾਫ਼ ਤੇ ਸਪਸ਼ਟ ਤੌਰ ਤੇ ਤੁਹਾਨੂੰ ਦੱਸ ਦਿੰਦਾ, ਉਹ ਇਹ ਹੈ ਕਿ ਜੇ ਅਸੀਂ ਆਪਣੇ ਸੰਵਿਧਾਨ ਦੀ ਕਿਸੇ ਤਰ੍ਹਾਂ ਵੀ ਹਿਫਾਜ਼ਤ ਨਹੀਂ ਕਰ ਸਕਦੇ ਤਾਂ ਸਾਨੂੰ ਜੁਡੀਸ਼ੀਅਲ ਆਫੀਸਰ ਰਹਿਣ ਦਾ ਕੋਈ ਅਧਿਕਾਰ ਨਹੀਂ। ਸਾਨੂੰ ਇਸ ਦੇਸ਼ ਦੇ ਨਾਗਰਿਕ ਹੋਣ 'ਤੇ ਵੀ ਕੋਈ ਮਾਣ ਨਹੀਂ ਕਰਨਾ ਚਾਹੀਦਾ। ਜੁਡੀਸ਼ੀਅਲ ਅਕੈਡਮੀ ਦੀ ਇੱਕ ਗੱਲ ਤੁਹਾਨੂੰ ਦੱਸਣ ਲੱਗਿਆ। ਇੱਕ ਵਾਰੀ ਮੈਂ ਤੁਰਦਾ ਫਿਰਦਾ ਜੁਡੀਸ਼ੀਅਲ ਅਕੈਡਮੀ ਦੇ ਵਿੱਚ ਚਲਾ ਗਿਆ। ਉੱਥੇ ਜਾ ਕੇ ਮੈਂ ਪੁੱਛਿਆ, ਜੀ ਡਾਇਰੈਕਟਰ ਸਾਹਿਬ ਕਦੋਂ ਆਉਣਗੇ? ਤਾਂ ਪਤਾ ਲੱਗਿਆ ਕਿ ਡਾਇਰੈਕਟਰ ਸਾਹਿਬ 10:30 ਪੌਣੇ 11 ਵਜੇ ਆਉਣਗੇ। ਤਾਂ ਮੈਂ ਉਹਨਾਂ ਨੂੰ ਪੁੱਛਿਆ, ਜੀ ਜੁਡੀਸ਼ੀਅਲ ਅਕੈਡਮੀ ਦਾ ਟਾਈਮ ਕਿੰਨੇ ਵਜੇ ਦਾ ਸ਼ੁਰੂ ਹੋਣ ਦਾ? ਟਾਈਮ ਦੱਸਿਆ ਗਿਆ ਮੈਨੂੰ 9 ਵਜੇ ਦਾ। ਉਸ ਵੇਲੇ ਮੇਰੀ ਘੜੀ ਉੱਤੇ ਪੌਣੇ 11 ਵੱਜ ਰਹੇ ਸੀ ਅਤੇ ਡਾਇਰੈਕਟਰ ਸਾਹਿਬ ਅਜੇ ਵੀ ਉੱਥੇ ਹਾਜ਼ਰ ਨਹੀਂ ਸਨ ਜੁਡੀਸ਼ੀਅਲ ਅਕੈਡਮੀ ਦੇ ਵਿੱਚ। ਔਰ ਜਿਹੜੇ ਨਵੇਂ ਜੱਜ ਸਿਖਾਂਦਰੂ ਬਣਨ ਆਏ ਸਨ ਉਹ ਉੱਥੇ ਸਨ ਔਰ ਉਹਨਾਂ ਲਈ ਜਿਹੜਾ 5 ਸਟਾਰ ਦਾ ਖਾਣਾ ਲਿਆ ਕੇ ਦਿੱਤਾ ਜਾ ਰਿਹਾ। ਇਹ ਕਿਹੜੀ ਐਜੂਕੇਸ਼ਨ ਦਿੱਤੀ ਹੈ ਜੁਡੀਸ਼ੀਅਲ ਅਕੈਡਮੀ ਨੇ? ਇਹ ਆਪਣੇ ਆਪ ਦੇ ਵਿੱਚ ਸਵਾਲ ਸੀ। ਮੈਂ ਡਾਇਰੈਕਟਰ ਸਾਹਿਬ ਜਦੋਂ ਆਏ, ਮੈਨੂੰ ਪਤਾ ਲੱਗਿਆ ਆਏ ਨੇ, ਤਾਂ ਮੈਂ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਮੈਂ ਉਹਨਾਂ ਨੂੰ ਇੱਕੋ ਹੀ ਸਵਾਲ ਕੀਤਾ ਕਿ ਜਦੋਂ ਤੁਸੀਂ ਜੱਜਾਂ ਨੂੰ ਟ੍ਰੇਨਿੰਗ ਦਿੰਦੇ ਹੋ, ਜਿਹੜੇ ਤੁਹਾਡੇ ਕੋਲ ਟ੍ਰੇਨਿੰਗ ਲੈਣ ਲਈ ਆਉਂਦੇ ਨੇ, ਕੀ ਤੁਸੀਂ ਕਦੀ ਇਹਨਾਂ ਨੂੰ ਹਿਊਮਨ ਰਾਈਟਸ ਦਾ ਚੈਪਟਰ ਵੀ ਪੜ੍ਹਾਇਆ? ਤਾਂ ਡਾਇਰੈਕਟਰ ਸਾਹਿਬ ਖੁਦ ਹੈਰਾਨ, ਇਹਦੀ ਕੀ ਜ਼ਰੂਰਤ ਹੈ? ਮੈਂ ਕਿਹਾ, ਜੀ ਮੈਂ ਤੁਹਾਡੇ ਨੋਟਿਸ ਬੋਰਡ ਪੜ੍ਹੇ ਨੇ। ਤੁਹਾਡੇ ਆਉਣ ਤੋਂ ਪਹਿਲੇ ਮੈਂ ਘੰਟਾ ਡੇਢ ਆ ਗਿਆ ਸੀਗਾ, ਮੈਂ 9:15 ਆ ਗਿਆ ਸੀ ਇੱਥੇ, ਔਰ ਮੈਂ ਇਹ ਦੇਖਿਆ ਜਿੰਨੇ ਵੀ ਨੋਟਿਸ ਨੇ ਉਹਨਾਂ ਦੇ ਵਿੱਚ ਕੋਈ ਵੀ ਅਜਿਹਾ ਪੇਪਰ ਜਾਂ ਕੋਈ ਲੈਕਚਰ ਐਸਾ ਨਹੀਂ ਜਿਹੜਾ ਕਿ ਹਿਊਮਨ ਰਾਈਟਸ ਨੂੰ ਕਿਸੇ ਤਰ੍ਹਾਂ ਵੀ ਨਵੇਂ ਜੱਜਾਂ ਨੂੰ ਸਿਖਾਇਆ ਜਾਏ, ਪੜ੍ਹਾਇਆ ਜਾਏ ਜਾਂ ਉਹਨਾਂ ਦੀ ਸੋਚ ਗੋਚਰਾ ਕੀਤਾ ਜਾਵੇ। ਤਾਂ ਉਹਨਾਂ ਨੇ ਕਿਹਾ ਇਹਦੀ ਕੋਈ ਜ਼ਰੂਰਤ ਹੀ ਨਹੀਂ। ਮੈਂ ਕਿਹਾ, ਜੀ ਜਦੋਂ ਕਿਸੇ ਵੀ ਫੈਸਲੇ ਦੇ ਉੱਤੇ ਕੋਈ ਵੀ ਮਾਨਯੋਗ ਜੱਜ ਅਧਿਕਾਰਿਤ ਤੌਰ 'ਤੇ ਆਪਣੀ ਮੋਹਰ ਅਤੇ ਆਪਣੇ ਦਸਤਖਤ ਕਰਦਾ ਹੈ ਫੈਸਲਾ ਲਿਖਣ ਤੋਂ ਬਾਅਦ, ਤਾਂ ਕਿਸੇ ਨਾ ਕਿਸੇ ਪਾਰਟੀ ਦੇ ਹੱਕਾਂ ਦਾ ਹਨਨ ਹੁੰਦਾ। ਉਹ ਹਨਨ ਕਾਨੂੰਨ ਦੇ ਮੁਤਾਬਕ ਹੋਵੇ ਤਾਂ ਕੋਈ ਗੱਲ ਨਹੀਂ, ਜੇ ਗੈਰ ਕਾਨੂੰਨੀ ਤੌਰ 'ਤੇ ਹੋ ਜਾਵੇ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ? ਤਾਂ ਮੈਨੂੰ ਡਾਇਰੈਕਟਰ ਸਾਹਿਬ ਨੇ ਸਪਸ਼ਟ ਤੌਰ 'ਤੇ ਇਹ ਗੱਲ ਕਹਿ ਦਿੱਤੀ, ਆਇਆ ਇੱਥੇ ਬਰਫੀ ਖਾ, ਚਾਹ ਪੀ, ਜੋ ਵੀ ਖਾਣਾ ਪੀਣਾ ਖਾ, ਅਤੇ ਇਹ ਗੱਲ ਪਲੀਜ਼ ਮੇਰੇ ਕੋਲੋਂ ਨਹੀਂ ਪੁੱਛਣੀ, ਇਹ ਸਵਾਲ ਮੈਨੂੰ ਨਹੀਂ ਕਰਨਾ। ਇਹ ਕਿਹੋ ਜਿਹੀ ਜੁਡੀਸ਼ੀਅਲ ਅਕੈਡਮੀ ਸੀਗੀ? ਮੈਂ ਨਾਂ ਨਹੀਂ ਲੈ ਰਿਹਾ। ਇਹ ਕਿਹੋ ਜਿਹੀ ਜੁਡੀਸ਼ੀਅਲ ਅਕੈਡਮੀ ਸੀ? ਜੇ ਡਾਇਰੈਕਟਰ ਸਾਹਿਬ ਇਹ ਗੱਲ ਸੁਣ ਰਹੇ ਹੋਣ ਮੇਰੀ ਵੀਡੀਓ ਦੀ ਇਸ ਦੀ, ਤਾਂ ਉਹ ਜੇ ਅੱਜ ਵੀ ਮੈਨੂੰ ਜਵਾਬ ਦੇਣ, ਬੁਲਾ ਕੇ ਮੈਨੂੰ ਦੱਸਣ, ਤਾਂ ਮੈਂ ਉਹਨਾਂ ਦਾ ਅਤੀ ਧੰਨਵਾਦੀ ਹੋਵਾਂਗਾ ਕਿ ਮਾਨਯੋਗ ਜੱਜਾਂ ਨੂੰ 5 ਸਟਾਰ ਦੀ ਲਿਵਿੰਗ ਹੀ ਸਿਰਫ ਸਿਖਾਈ ਗਈ ਹੈ। ਕਾਨੂੰਨ ਦੀ ਕੋਈ ਗੱਲ ਜੁਡੀਸ਼ੀਅਲ ਅਕੈਡਮੀ ਦੇ ਵਿੱਚ ਨਹੀਂ ਸਿਖਾਈ ਗਈ। ਔਰ ਉਸ ਤੋਂ ਬਾਅਦ ਜਦੋਂ ਉਹ ਟ੍ਰੇਨਿੰਗ ਲੈ ਕੇ ਜਾਂਦੇ ਨੇ, ਇੰਨੇ ਲੱਖਾਂ ਰੁਪਏ ਖਰਚ ਹੁੰਦੇ ਨੇ ਉਹਦੇ ਉੱਤੇ ਟ੍ਰੇਨਿੰਗ 'ਤੇ ਜੱਜ ਦੀ, ਤਾਂ ਉਹ ਜਿਹੜੀ ਟ੍ਰੇਨਿੰਗ ਹੈ ਕਿਸ ਕੰਮ ਆਉਂਦੀ ਹੈ ਔਰ ਉਸ ਟ੍ਰੇਨਿੰਗ ਨੂੰ ਉਹਨਾਂ ਨੇ ਫਾਲੋ ਕੀਤਾ ਨਹੀਂ ਕੀਤਾ, ਇਹਦਾ ਜੁਡੀਸ਼ੀਅਲ ਰਿਵਿਊ ਜਾਂ ਜੁਡੀਸ਼ੀਅਲ ਜਿਹੜੀ ਸਕਰੂਟਨੀ ਹੈ ਮਾਨਯੋਗ ਹਾਈ ਕੋਰਟ ਨੇ ਕਰਨੀ ਹੈ ਜਾਂ ਜੁਡੀਸ਼ੀਅਲ ਅਕੈਡਮੀ ਨੇ ਕਰਨੀ ਹੈ, ਇਹਦੇ ਉੱਤੇ ਕਾਨੂੰਨ ਚੁੱਪ ਜੇ। ਤੁਹਾਡੇ ਹੱਕਾਂ ਦਾ ਹੀ ਘਾਣ ਹੋਣਾ, ਹੋਰ ਕੱਖ ਨਹੀਂ ਹੋਣਾ। ਜੇ ਇੱਥੇ ਇਹ ਕਿਹਾ ਜਾਏ ਕਿ ਜਿਹੜੀ 227 ਦੀ ਪਾਵਰ ਹੈ ਅਸੀਂ ਰਿਵੀਜ਼ਨ ਦੀ ਕਰਦੇ ਹਾਂ, ਉਹਦੇ ਵਿੱਚ ਜਾਂਦੇ ਹਾਂ ਮਾਨਯੋਗ ਹਾਈ ਕੋਰਟ ਕੋਲ ਵੀ ਇਹ ਇੱਕ ਜ਼ਿਆਦਤੀ ਹੋ ਗਈ ਹੈ, ਤਾਂ ਜੇ ਸਾਡੀ ਹਾਈ ਕੋਰਟ ਕਿਸੇ ਨੇ ਵੀ ਉਹਦੇ ਉੱਤੇ ਫੈਸਲਾ ਨਹੀਂ ਦਿੱਤਾ ਤਾਂ ਕਿਸੇ ਮਾਨਯੋਗ ਦੂਜੀ ਹਾਈ ਕੋਰਟ ਨੇ ਉਹਦੇ ਉੱਤੇ ਫੈਸਲਾ ਦਿੱਤਾ ਹੋਇਆ। ਜਦੋਂ ਉਹ ਫੈਸਲੇ ਦਾ ਤੁਸੀਂ ਕਿਸੇ ਤਰ੍ਹਾਂ ਵੀ ਉਹਨਾਂ ਦੇ ਧਿਆਨ ਵਿੱਚ ਲਿਆਉਂਦੇ ਹੋ ਜੱਜ ਸਾਹਿਬਾਨ ਦੇ, ਤਾਂ ਉਹ ਕਹਿੰਦੇ ਆ ਇਹ ਸਾਡੀ ਹਾਈ ਕੋਰਟ ਦਾ ਫੈਸਲਾ ਨਹੀਂ, ਇਸ ਲਈ ਤੇਰਾ ਕੇਸ ਖਾਰਿਜ। ਇਹ ਕਿਹੋ ਜਿਹਾ ਨਿਆਂ ਹੋਇਆ ਤੁਹਾਡੇ ਨਾਲ? ਇੱਕ ਸਵਾਲ ਹੈ, ਜਰਾ ਸੋਚੋ। ਤੁਸੀਂ ਭਾਰਤ ਦੇ ਲੋਕ ਹੋ, ਤੁਸੀਂ ਸੋਚੋ ਤੁਹਾਡੇ ਪੈਸੇ ਦੀ ਲੁੱਟ ਖਸੁੱਟ ਨਾਲ ਇਹ ਪ੍ਰਬੰਧ ਚੱਲ ਰਿਹਾ
और लुੱਟ खसुੱਟ कौन करता पिया? केंद्र सरकार। ते केंद्र सरकार का जिहड़ा एक महकमा है जिन्हों कहते हैं इनकम टैक्स, इस तरह के 2-3-4 होर भी हैगे ने जिहड़े कि भारत सरकार के खजाने नूं, आम लोगों नूं, मिडल मैन नूं लुੱਟ के ये खजानिਆਂ की तिजोरी भरते हैं। अज देखो डीजल तेल गैस दीयां कीमतां जिहड़ियां किन्नियां वध गईयां। अज खबर आ रही है 23 लाख करोड़ रुपया 2014 तो लग के हुण तक केंद्र सरकार ने लोगों तो लुटिया। मैं कहांगा लुटिया, कमाया नहीं, लुटिया। और उस लुੱਟ खसੁੱਟ दे विच कौन कौन भाईवाल है? साडी मानयोग सुप्रीम कोर्ट ने अज तक इस दे उत्ते जिहड़ा प्रश्न नहीं किया, किंतु नहीं किया, उठाया नहीं। अज साडे मानयोग सुप्रीम कोर्ट दे विच 9 जज जिहड़े ने कल उन्हां दा सहुं चुक समागम होया। उन्होंने सहुं किस चीज़ की चुकी है यही नहीं समझ लगी उन्होंने। जदों रिटायर हो जाएंगे, रिटायरमेंट के नेड़े पहुँच जाएंगे, फिर उन्हां दी मरी हुई आत्मा जाग जाएगी। फिर वो वड्डे वड्डे जिहड़े बयान ने उस तरह देणगे जिवें मारकंडे कटाजू साहब दे रहे ने रिटायर होने तो बाद, या इस तरह के कई होर जज दे रहे ने। देखो जिहड़ा कानून है वो भी विकदा, एक कानून विकण वाली गल नहीं तो होर की है। तुसी ये देखो जदों एक सुप्रीम कोर्ट दे जज दे बनाए हुए किसी भी ऑर्डर आदेश का एक उलंघन करती है सबॉर्डीनेट जुडिशरी, छोटे जज करते हैं, तो उन्हां उत्ते कार्रवाई क्यों नहीं? जिहड़े मुलाजम ने उन्हां उत्ते तुरंत डिसिपलिनरी एक्शन हो जाता है, तुरंत उन्हां दी ACR खराब हो जाती है, सस्पेंड हो जाते हैं। लेकिन जजां लई अजिहा कोई भी जिहड़ा राबता अख्तियार नहीं किया जाता। क्यों नहीं किया जाता? इस गल का जवाब कौन देगा? इस गल का जवाब लोगों की अदालत पूछे, लोग पुछन। असी भारत के लोग संविधान के थले एक सुप्रीम अथॉरिटी हाँ, असी पुछीए जदों साडा मानयोग सिस्टम फेल हुंदा है, जुडिशियल सिस्टम, इसनूं कोई हाईजैक करता है, इसनूं किसी तरह भी खदेड़न का यतन किया जाता है, तो उसकी जिहड़ी प्रबंध की जिहड़ी है जवाबदेही जिहड़ी है तुहाडा लेना फर्ज है। तुसी जागो, जे तुसी जागोगे सब कुछ होएगा ठीक। पिछे जिहा खबरां आईयां सन बड़ियां गर्म कि किस तरह जजां दे उत्ते हमले हो रहे हैं। एक जज साहबान नूं तां 3 व्हीलर की टक्कर मार के सवेरे सैर करते वक्त उन्होंने जिहड़ा स्वर्गवास करा दिता गया। और उसकी जिहड़ी है मानयोग सुप्रीम कोर्ट ने संज्ञान लिया इहो जिहियां गल्लां नहीं होणगीਆਂ। जे न्याय होवे लोकां नाल तां लोकां दी जिहड़ी क्रिमिनल टेंडेंसी है वो बिल्कुल नहीं जाएगी क्रिमिनल ट्रेंड्स वाल। लोगों का ध्यान सिर्फ इसे गल वाल रहेगा, न्याय हुंदा है। एक मैनूं गल याद है, मैं जदों वकालत शुरू करनी सी 39 साल पहलों, तो मैं एक वड्डे वकील साहब कोल गया हुशियारपुर दे विच। तो उन्हां नाल मैं कई बारी बह जाना चाह पीनी। मेरा यतन हुंदा सी कि मैं मानयोग हाई कोर्ट विच वकालत शुरू करनी है, तो मैं इन्हां तो जिन्ना सीख सकदा सीखां। तो मेरा ये सीगा कि मैं जिन्ना मैक्सीमम ड्यूरिंग माई लॉ स्टडीज़ सीख सकदा सी मैं सीखण दा यतन कीता। और उन्हां 3 सालां दे विच लॉ दी पढ़ाई भी कीती ते नाल कोर्टां दे विच सिੱਖਿਆ भी हर वकील कोल जाना, उहदे तो कुछ ना कुछ ग्रहण करना। जे मैं ये कहां मेरे कई गुरु ने जिन्हां ने मैनू इस वकालत दे प्रोफैशन दे विच एस्टैबलिश कराउण दे विच एक योगदान पाया, तो कोई गलत गल नहीं। मैं अज भी उन्हां दी देनी नहीं दे सकदा ते देन दरा उन्हां दा। उन्हां नूं मैं एक सवाल कीता कि तुसी सर अज 85-86 साल दे हो ते तुसी अंग्रेज़ां दा भी देखिया सिस्टम ते हिंदुस्तान आज़ाद दा भी देखिया सिस्टम, इस दे विच फ़र्क की सी? तां उन्हां ने इक्को गल कही। वो की सी गल? कहंदे अंग्रेज़ां दे वेले दा न्याय हुंदा सीगा। वो किस तरह हुंदा सीगा? अंग्रेज़ जज जिहड़ी प्लेंट है, जिहड़ा केस है, वो देख के उहदे फैक्ट्स नूं समझ के जे किसी वकील साहब ने कोई अपना रिलीफ नहीं मंगया
ਜਿਹੜਾ ਉਹਨਾਂ ਦਾ ਬਣਦਾ ਉਹ ਉਹਨੂੰ ਦੇ ਦਿੰਦੇ ਸੀ ਔਰ ਇਹ ਕਹਿੰਦੇ ਸੀ ਜੇ ਇਹ ਇੰਨਾ ਕਾਬਲ ਹੁੰਦਾ ਮੇਰੀ ਕੁਰਸੀ 'ਤੇ ਆ ਕੇ ਬਹਿ ਜਾਂਦਾ। ਪਰ ਅੱਜ ਆਜ਼ਾਦ ਭਾਰਤ ਹੋਣ ਤੋਂ ਬਾਅਦ ਇਹ ਗੱਲ ਤਕਰੀਬਨ 5-7 ਸਾਲ ਜਾਂ 10 ਸਾਲ ਤੱਕ ਚੱਲਦੀ ਰਹੀ। ਉਸ ਤੋਂ ਬਾਅਦ ਇਹ ਗੱਲ ਆ ਗਈ, ਉਲਟੀ ਹੋ ਗਈ। ਵਕੀਲ ਕਹਿਣ ਲੱਗ ਗਏ ਜੇ ਇਹਨੂੰ ਇੰਨੀ ਸਮਝ ਜਾਂ ਅਕਲ ਹੁੰਦੀ ਹੈ ਜੱਜ ਹੀ ਬਣਦਾ। ਜੇ ਇਹ ਇੰਨਾ ਪੜ੍ਹਿਆ ਲਿਖਿਆ ਹੁੰਦਾ ਵਕੀਲ ਰਹਿੰਦਾ, ਆਪਣੀ ਵਕਾਲਤ ਚਲਾ ਲੈਂਦਾ। ਇਹ ਜਿਹੜੀ ਉਹਨਾਂ ਦੀ ਜਿਹੜੀ ਦੂਰ ਦ੍ਰਿਸ਼ਟੀ ਦਿਵ ਦ੍ਰਿਸ਼ਟੀ ਦੀ ਸੋਚ ਸੀ, ਮੈਨੂੰ ਅੱਜ ਵੀ ਬਾਰ-ਬਾਰ ਮੇਰੀ ਚੇਤਨਾ ਮੇਰੀ ਸੋਚ ਨੂੰ ਦਰਵਾਜ਼ਾ ਜਿਹੜਾ ਉਹਦਾ ਖਟਖਟਾਉਂਦੀ ਹੈ ਵੀ ਇਹ ਗੱਲ ਕਿੱਥੋਂ ਤੱਕ ਸੱਚ ਸੀ ਕਿ ਸਾਡੇ ਦੇਸ਼ ਦੇ ਵਿੱਚ ਜੁਡੀਸ਼ੀਅਲ ਸਿਸਟਮ ਦਾ ਇੰਨਾ ਵੱਡਾ ਪਤਨ ਹੋ ਚੁੱਕਾ ਕਿ ਜਿਸ ਦਾ ਅਹਿਸਾਸ ਜਿਹੜਾ ਅੱਜ ਦੁਨੀਆ ਨੂੰ ਨਹੀਂ। ਅਫਸੋਸ ਇਸ ਗੱਲ ਦਾ ਨਹੀਂ, ਅਫਸੋਸ ਇਸ ਗੱਲ ਦਾ ਕਿ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਜੱਜਾਂ ਦੀ ਵੀ ਕੋਈ ਕਮੀ ਨਹੀਂ। ਅਤੇ ਜਦੋਂ ਜੱਜ ਲਾਏ ਜਾਂਦੇ ਨੇ ਉਹਨਾਂ ਦੀ ਜਿਹੜੀ ਹੇਠਲੇ ਜੱਜਾਂ ਦੀ ਹੈ ਪ੍ਰਮੋਸ਼ਨ ਜਦੋਂ ਹਾਈ ਕੋਰਟ ਦੀ ਕੀਤੀ ਜਾਂਦੀ ਹੈ ਉਹ ਸਿਰਫ ਇਹ ਸੋਚ ਕੇ ਕੀਤੀ ਜਾਂਦੀ ਹੈ ਵੀ ਉਹ ਇੱਕ ਮੁਲਾਜ਼ਮ ਨੇ, ਉਹਨਾਂ ਨੂੰ ਪ੍ਰਮੋਸ਼ਨ ਦੇਣੀ ਹੈ, ਜਾਂ ਉਹਨਾਂ ਦੀ ਕੁਆਲਿਟੀ ਆਫ ਜੱਜਮੈਂਟ ਜਿਹੜੀ ਹੈ ਉਹ ਸਾਹਮਣੇ ਰੱਖ ਕੇ ਕਿ ਇਹਨੇ ਕਿੰਨੀਆਂ ਕੁਆਲੀਟੇਟਿਵ ਜੱਜਮੈਂਟਸ ਦਿੱਤੀਆਂ ਉਹਨੂੰ ਰੱਖ ਕੇ ਇਹ ਕ੍ਰਾਈਟੀਰੀਆ ਅਡੋਪਟ ਕਰਕੇ ਉਹਨੂੰ ਹਾਈ ਕੋਰਟ ਵਿੱਚ ਲਿਆਂਦਾ ਜਾਂਦਾ। ਅੱਜ ਮਾਨਯੋਗ ਸੁਪਰੀਮ ਕੋਰਟ ਦੇ 9 ਜੱਜ ਜਿਹੜੇ ਕੱਲ੍ਹ ਜਿਨ੍ਹਾਂ ਨੇ ਸਹੁੰ ਚੁੱਕੀ ਹੈ ਉਹਨਾਂ ਦੇ ਵਿੱਚ 5 ਜੂਨੀਅਰ ਜੱਜ ਸੀ ਜਿਹੜੇ ਰਾਜਸਥਾਨ ਹਾਈ ਕੋਰਟ ਦੇ ਚੀਫ ਜਸਟਿਸ ਤੋਂ ਜੂਨੀਅਰ ਸਨ। ਉਹਨਾਂ ਨੂੰ ਸੁਪਰੀਮ ਕੋਰਟ ਵਿੱਚ ਐਂਟਰੀ ਦੇ ਦਿੱਤੀ ਗਈ ਹੈ, ਲੇਕਿਨ ਰਾਜਸਥਾਨ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਨੂੰ ਨਹੀਂ ਦਿੱਤੀ ਗਈ। ਜੇ ਇਹ ਧੱਕਾ ਆਮ ਲੋਕਾਂ ਨਾਲ ਜਿਹੜਾ ਸਾਹਮਣੇ ਦੇਖਣ 'ਤੇ ਹੋ ਰਿਹਾ ਹੈ ਤਾਂ ਫਿਰ ਉਹ ਨਿਆਂ ਕੀ ਕਰਨਗੇ? ਇਹ ਤੁਹਾਡੇ ਲਈ ਸਵਾਲ ਹੈ, ਤੁਸੀਂ ਇਸ ਦਾ ਜਵਾਬ ਦਿਓ ਅਤੇ ਤੁਸੀਂ ਇਸ ਦਾ ਫੀਡਬੈਕ ਦਿਓਗੇ। ਗੱਲਾਂ ਇੰਨੀਆਂ ਹੀ ਜ਼ਿਆਦਾ ਨਹੀਂ ਕਰਨੀਆਂ ਅੱਜ ਤੁਹਾਡੇ ਨਾਲ। ਇਸ ਦਾ ਫੀਡਬੈਕ ਦੇਣਾ, ਇਸ ਵੀਡੀਓ ਨੂੰ ਜੇ ਪਸੰਦ ਆਈ ਹੋਵੇ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਹਰ ਘਰ ਤੱਕ ਇਸ ਨੂੰ ਹਿੰਦੁਸਤਾਨ ਦੇ ਹਰ ਘਰ ਤੱਕ ਪਹੁੰਚਾਉਣਾ, ਕਿਉਂਕਿ ਹਰ ਘਰ ਜਿਹੜਾ ਜੁਡੀਸ਼ੀਅਲ ਸਿਸਟਮ ਦੀ ਜ਼ਿਆਦਤੀ ਦਾ ਸ਼ਿਕਾਰ ਹੋ ਰਿਹਾ। ਇਹ ਸ਼ਿਕਾਰ ਤੋਂ ਅਸੀਂ ਭਾਰਤ ਦੇ ਲੋਕ ਬਚ ਸਕੀਏ। ਸਤਿ ਸ਼੍ਰੀ ਅਕਾਲ।